12ਵੀਂ ਦੀ ਇਸ ਪੰਜਾਬੀ ਜਮਾਤ ਵਿੱਚ ਆਪ ਸਭ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਕਥਾ ਜਗਤ ਕਿਤਾਬ ਦੀ ਆਖਰੀ ਕਹਾਣੀ ਆਪਣਾ ਆਪਣਾ ਹਿੱਸਾ ਜਿਹੜੀ ਆ ਉਹ ਪੜ੍ਹਾਂਗੇ। ਇਹਦੇ ਕਹਾਣੀਕਾਰ ਨੇ ਵਰਿਆਮ ਸਿੰਘ ਸੰਧੂ। ਵਰਿਆਮ ਸਿੰਘ ਸੰਧੂ ਨੇ ਬੜੀ ਹੀ ਵਧੀਆ ਤਰੀਕੇ ਦੇ ਨਾਲ ਇਸ ਕਹਾਣੀ ਨੂੰ ਪੇਸ਼ ਕੀਤਾ ਹੈ ਕਿ ਕਿਵੇਂ ਖੂਨ ਦੇ ਰਿਸ਼ਤੇ ਜਿਹੜੇ ਨੇ ਉਹ ਖਤਮ ਹੋਈ ਜਾ ਰਹੇ ਨੇ, ਸਭ ਆਪਣੇ ਆਪਣੇ ਹਿੱਸੇ ਵਾਸਤੇ ਤੜਫ ਰਹੇ ਨੇ। ਔਰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਪਾਤਰਾਂ ਦੇ ਬਾਰੇ ਜਾਣਕਾਰੀ ਦਿੰਦਾ ਹਾਂ ਕਿ ਇਹਦੇ ਵਿੱਚ 6 ਪਾਤਰ 7 ਨੇ ਕਿ ਸਵਰਨ ਸਿੰਘ, ਕਰਮ ਸਿੰਘ ਤੇ ਧਰਮ ਸਿੰਘ ਕੁੱਦੂ, ਕਿ ਇਹ ਬਿਸ਼ਨ ਸਿੰਘ ਦੇ 3 ਪੁੱਤਰ ਨੇ। ਬਚਨੋ ਬਿਸ਼ਨ ਸਿੰਘ ਦੀ ਧੀ ਹੈ ਤੇ ਰਤਨੀ ਇਹਦੇ ਵਿੱਚ ਕੁੱਦੂ ਦੀ ਘਰਵਾਲੀ ਹੈ। ਸਭ ਤੋਂ ਪਹਿਲਾਂ ਸਵਰਨ ਸਿੰਘ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਹਾਂ ਕਿ ਸਵਰਨ ਸਿੰਘ ਕੁੱਦੂ ਦਾ ਵੱਡਾ ਭਰਾ ਹੈ। ਉਹ ਆਪਣੀ ਮਿਹਨਤ ਦੇ ਬਲਬੂਤੇ ਪੜ੍ਹਿਆ ਸੀ ਔਰ ਓਵਰਸੀਅਰ ਦੀ ਨੌਕਰੀ ਕਰਨ ਲੱਗ ਪਿਆ। ਉਸ ਦਾ ਪਰਿਵਾਰ ਵੀ ਨੌਕਰੀ ਕਰਦਾ ਹੈ। ਉਹ ਵੱਡੇ ਸ਼ਹਿਰ ਵਿੱਚ ਕੋਠੀ ਪਾ ਕੇ ਰਹਿੰਦਾ ਹੈ। ਉਸ ਦੀ ਪੂਰੀ ਠਾਠ ਬਾਠ ਹੈ। ਉਹ ਬਿਮਾਰ ਮਾਂ ਨੂੰ ਆਪਣੇ ਕੋਲ ਇਲਾਜ ਲਈ ਲੈ ਜਾਂਦਾ ਹੈ ਤੇ ਉਸ ਦੀ ਮੌਤ ਤੋਂ ਬਾਅਦ ਸ਼ਾਨੋ ਸ਼ੌਕਤ ਨਾਲ ਉਸ ਦਾ ਇਕੱਠ ਕਰਨ ਦੀ ਇੱਛਾ ਜਿਹੜੀ ਉਹ ਜ਼ਾਹਰ ਕਰਦਾ ਕਿ ਸਵਰਨ ਸਿੰਘ ਵੱਡਾ ਪੁੱਤਰ ਹੈ। ਉਹਨੇ ਬਹੁਤ ਵਧੀਆ ਪੜ੍ਹਾਈ ਕੀਤੀ ਹੈ। ਓਵਰਸੀਅਰ ਦੀ ਜੌਬ ਜਿਹੜੀ ਉਹ ਕਰ ਰਿਹਾ ਹੈ, ਕਮਾਈ ਕੋਰੀ ਉਹਨੂੰ ਉੱਪਰੋਂ ਵੀ ਬਹੁਤ ਕਮਾਈ ਹੈ। ਦੂਸਰਾ ਪੁੱਤਰ ਕਰਮ ਸਿੰਘ, ਕਿ ਉਹ ਕਰਮ ਸਿੰਘ ਜਿਹੜਾ ਵਾ ਉਹ ਕੁੱਦੇ ਦਾ ਦੂਜਾ ਭਰਾ ਹੈ। ਉਹ ਵੀ ਕੁੱਦੇ ਵਾਂਗ ਪੜ੍ਹਾਈ ਵਿੱਚ ਕੋਈ ਰੁਚੀ ਨਹੀਂ ਸੀ ਰੱਖਦਾ। ਸਕੂਲ ਜਾਣ ਤੋਂ ਬਾਅਦ ਮਹਿਰੀ ਦੇ ਬਾਲਣ ਹੇਠ ਬਸਤਾ ਲੁਕਾ ਦਿੰਦਾ, ਛੁੱਟੀ ਵੇਲੇ ਘਰ ਆ ਜਾਂਦਾ। ਪਰ ਵੱਡਾ ਹੋ ਕੇ ਕਿਸੇ ਨਾਲ ਪਾਂਡੀ ਰਲ ਗਿਆ। ਪਾਂਡੀ ਮਤਲਬ ਕਿ ਬਲੈਕੀਆ, ਕਿ ਕਰਮ ਸਿੰਘ ਪੜ੍ਹਾਈ ਤੋਂ ਬਿਲਕੁਲ ਹੀ ਲਾਪਰਵਾਹ ਸੀ ਔਰ ਪਾਂਡੀ ਬਣ ਗਿਆ, ਸਮਗਲਰ। ਔਰ ਉਹਨੇ ਸਮਗਲਿੰਗ ਦਾ ਕੰਮ ਜਿਹੜਾ ਸੀ ਉਹ ਸ਼ੁਰੂ ਕਰ ਦਿੱਤਾ। ਬਲੈਕ ਉਹਨੇ ਬਹੁਤ ਕੀਤੀ, ਅਮੀਰ ਹੋ ਗਿਆ। ਉਹਨੇ ਆਪਣੀ ਸ਼ਹਿਰ ਵਿੱਚ ਇੱਕ ਵਧੀਆ ਕੋਠੀ ਬਣਾਈ, ਮੁਰਗੀ ਖਾਨਾ ਔਰ ਇੱਕ ਡੇਅਰੀ ਜਿਹੜੀ ਪਾ ਕੇ ਬੜਾ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਸੀ ਉਹ ਰਹਿ ਰਿਹਾ ਸੀ। ਬਿਸ਼ਨ ਸਿੰਘ ਦਾ ਤੀਸਰਾ ਪੁੱਤਰ ਆ ਜਾਂਦਾ, ਧਰਮਾ ਕੁੱਦੂ, ਕਿ ਉਹ ਕੀ ਕਰਦਾ ਸੀ ਕਿ ਧਰਮਾ ਕੁੱਦੂ ਜਿਹੜਾ ਸੀ ਉਹ ਪਹਿਲਵਾਨੀ ਦਾ ਕੰਮ ਜਿਹੜਾ ਸੀ ਕਰਦਾ ਸੀ, ਕਿ ਉਹ ਪਹਿਲਵਾਨ ਸੀ ਪਰ ਸਰੀਰ ਬਹੁਤ ਤਗੜਾ ਸੀ, ਪਰ ਉਹ ਕਦੀ ਵੀ ਜਿੱਤਿਆ ਨਹੀਂ ਸੀ। ਹਾਰ, ਕਿ ਉਹ ਹਰ ਕੁਸ਼ਤੀ ਦੇ ਵਿੱਚ ਹਾਰ ਜਾਂਦਾ ਸੀ। ਔਰ ਫਿਰ ਉਸਨੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਔਰ ਖੇਤੀ ਤੋਂ ਬਾਅਦ ਖੇਤੀ ਜਿਹੜੀ ਉਹ ਵੀ ਕੋਈ ਐਡੀ ਲਾਹੇਵੰਦ ਨਹੀਂ ਸੀ, ਕਿਉਂਕਿ 2 ਕਿੱਲਿਆਂ ਦੀ ਸਾਰੀ ਵਾਹੀ ਸੀ, ਜਿਹਦੇ ਵਿੱਚੋਂ ਸ਼ਹਿਰ ਵਾਲੇ ਭਰਾ ਜਿਹੜੇ ਉਹ ਵੀ ਖਾਣ ਵਾਸਤੇ ਦਾਣੇ ਲੈ ਜਾਂਦੇ ਸੀ। ਔਰ ਬਜ਼ੁਰਗ ਮਾਂ ਅਤੇ ਬਾਪ ਦੀ ਸੇਵਾ ਔਰ ਸਾਰਾ ਕੰਮ ਜਿਹੜਾ ਸੀ ਉਹ ਵੀ ਕੁੱਦੂ ਹੀ ਕਰਦਾ ਸੀ। ਬਚਨੋ ਇਹਨਾਂ ਦੀ ਭੈਣ ਹੈ, ਬਹੁਤ ਸ਼ੈਤਾਨ ਹੈ ਔਰ ਬਹੁਤ ਹੀ ਚਲਾਕ ਤੇ ਲੜਾਕੀ ਹੈ। ਔਰ ਮਾਂ ਦੇ ਬਿਮਾਰ ਦਾ ਸੁਣ ਕੇ ਜਦੋਂ ਉਹ ਸ਼ਹਿਰ ਨਹੀਂ ਇੱਥੇ ਭਰਾ ਕੋਲ ਆ ਜਾਂਦੀ ਹੈ, ਮਾਂ ਦੀ ਮੌਤ ਹੋ ਜਾਂਦੀ ਹੈ। ਔਰ ਮੌਤ ਤੋਂ ਬਾਅਦ ਸਾਰੇ ਜਾਣੇ ਇਕੱਠੇ ਹੋ ਕੇ ਗੱਲਬਾਤ ਕਰਦੇ ਹਨ ਕਿ ਫੁੱਲ ਤੇ ਇਕੱਠ ਮਤਲਬ ਕਿ ਮਾਤਾ ਦਾ ਜਿਹੜਾ 10ਵੀਂ 'ਤੇ ਭੋਗ ਪੈਣਾ ਹੈ ਉਹ ਬੜਾ ਹੀ ਵਧੀਆ ਗੱਜ ਵੱਜ ਕੇ ਹੋਣਾ ਚਾਹੀਦਾ ਹੈ। ਕਿ ਕੁੱਦੂ ਨੂੰ ਘੇਰਨਾ ਮਤਲਬ ਕਿ ਉਹ ਸਾਰੇ ਕੁੱਦੂ ਨੂੰ ਘੇਰਨ ਦੀ ਕੋਸ਼ਿਸ਼ ਕਰਦੇ ਨੇ ਕਿ ਜਿੰਨਾ ਵੀ ਖਰਚਾ ਇਕੱਠ ਦਾ ਵਾ ਉਹ ਸਾਰਾ ਕੁੱਦੂ ਜਿਹੜਾ ਵਾ ਉਹ ਤੀਜੇ ਹਿੱਸੇ ਦਾ ਆਪਣਾ ਦੇਵੇ। ਔਰ ਗੱਜ ਵੱਜ ਕੇ ਇਕੱਠ ਕਰਨਾ ਚਾਹੁੰਦੇ ਨੇ। ਫਿਰ ਉਹਦੇ ਵਿੱਚ ਤੇ ਇਕੱਠ ਦੇ ਉੱਤੇ ਜਿਹੜੇ ਪੈਸੇ ਨੇ ਉਹ ਵੀ 5-7 ਹਜ਼ਾਰ ਰੁਪਈਆ ਜਿਹੜਾ ਉਹ ਲਾਉਣ ਦੀ ਗੱਲ ਕਰਦੇ ਨੇ। ਫਿਰ ਇਹਨਾਂ ਗੱਲਾਂ ਤੋਂ ਬਾਅਦ ਜਿਹੜਾ ਵਾ ਉਹ 2700 ਰੁਪਈਆ ਮਾਂ ਦੇ ਇਲਾਜ ਦਾ, ਜੋ ਸਵਰਨ ਸਿੰਘ ਆਪਣੀ ਮਾਂ ਨੂੰ ਆਪਣੇ ਕੋਲ ਲੈ ਗਿਆ ਸੀ ਔਰ ਉਹ
2700 ਰੁਪਈਆ ਦੱਸ ਰਿਹਾ ਕਿ ਮਾਂ ਦੇ ਇਲਾਜ ਉੱਤੇ ਮੇਰਾ 2700 ਰੁਪਈਆ ਖਰਚਾ ਆਇਆ, ਉਹਦੇ ਵਿੱਚੋਂ ਵੀ ਮੈਨੂੰ ਤੁਸੀਂ ਆਪਣਾ ਕਿ 900 ਰੁਪਈਆ ਕਿ ਕੁੱਦੂ ਦੇ ਹਿੱਸੇ ਆਉਂਦਾ ਹੈ, ਕਿ ਉਹ 900 ਰੁਪਈਆ ਜਿਹੜਾ ਵਾ ਉਹ ਵੀ ਮੈਨੂੰ ਦਿੱਤਾ ਜਾਵੇ। ਤੇ ਇਸ ਕਰਕੇ ਫਿਰ ਬਿਸ਼ਨ ਸਿੰਘ ਬੋਲਦਾ ਵਾ ਕਿ ਵੇਖੋ ਭਈ ਜੇ ਤੁਸੀਂ ਉਹ ਗੱਲ ਕਰਦੇ ਹੋ ਤਾਂ ਕੁੱਦੂ ਤਾਂ ਸਾਰੀ ਉਮਰ ਮਾਂ ਨੂੰ ਰੋਟੀ ਵੀ ਤਾਂ ਦਿੰਦਾ ਰਿਹਾ, ਪਰ ਨਾਲ ਹੀ ਉਸੇ ਵਕਤ ਜਿਹੜੀ ਉਹਦੀ ਭੈਣ ਬਚਨੋ ਉਹ ਬੋਲਦੀ ਹੈ ਕਿ ਮਾਂ ਕੰਮ ਵੀ ਤਾਂ ਇਹਦਾ ਹੀ ਕਰਦੀ ਸੀ, ਸਾਰੀ ਉਮਰ ਗੋਲਪੁਣਾ ਇਹਦਾ ਹੀ ਕਰਦੀ ਰਹੀ ਹੈ। ਪਰ ਕੁੱਦੂ ਜਿਹੜਾ ਵਾ ਬੇਵੱਸ ਹੋਇਆ। ਔਰ ਫੁੱਲ ਫਿਰ ਤੀਜੇ ਹਿੱਸੇ ਦੀ ਗੱਲ ਆਉਂਦੀ ਹੈ, ਕਹਿੰਦੇ ਕਿ ਮਾਂ ਦੇ ਮਰਨੇ ਤੋਂ ਬਾਅਦ ਆ ਫੁੱਲ ਜਿਹੜੇ ਆ ਉਹਦੇ ਗੰਗਾ ਪਾਉਣ ਜਾਣਾ। ਔਰ ਕੁੱਦੂ ਜਿਹੜਾ ਵਾ ਉਹ ਬੜਾ ਹੀ ਖਿਝਿਆ ਹੋਇਆ, ਔਰ ਉਹ ਖਿਝੇ ਹੋਏ ਸੁਭਾਅ ਵਿੱਚ ਅਖੀਰ ਉਹ ਇਹੋ ਹੀ ਕਹਿੰਦਾ ਹੈ ਕਿ ਵੇਖੋ ਬਈ ਮੇਰੇ ਕੋਲੋਂ ਕੁਝ ਸਰਦਾ ਨਹੀਂ ਆ, ਕਿਉਂਕਿ ਆਪਣੀ ਕੋਈ ਫੁੱਲ ਫਲ ਤਾਰਨ ਦੀ ਗੁੰਜਾਇਸ਼ ਨਹੀਂ। ਜੇ ਤੁਸੀਂ ਤਾਰ ਸਕਦੇ ਤਾਰ ਲਓ, ਜੇ ਨਹੀਂ ਆ ਤਾਂ ਤੀਜੇ ਹਿੱਸੇ ਦੇ ਫੁੱਲ ਜਿਹੜੇ ਆ ਉਹ ਮੇਰੇ ਕਿੱਲੀ ਦੇ ਨਾਲ ਟੰਗ ਦਿਓ। ਜਦੋਂ ਮੇਰੇ ਕੋਲ ਪੈਸੇ ਹੋਣਗੇ, ਗੁੰਜਾਇਸ਼ ਹੋਵੇਗੀ, ਮੈਂ ਉਹ ਫੁੱਲ ਜਿਹੜੇ ਆ ਆਪ ਜਾ ਕੇ ਗੰਗਾ ਪਾ ਆਊਂਗਾ। ਜੇ ਤੁਹਾਨੂੰ ਇਹ ਗੱਲ ਵੀ ਮਨਜ਼ੂਰ ਨਹੀਂ ਹੈ ਤਾਂ ਤੁਸੀਂ ਫਿਰ ਇਸ ਤਰ੍ਹਾਂ ਕਰੋ ਕਿ ਮਾਂ ਦੇ ਫੁੱਲ ਤੁਸੀਂ ਪਾਓ। ਆ ਤੁਹਾਡੇ ਸਾਹਮਣੇ ਜਾਗਦਾ ਬਿਸ਼ਨ ਸਿੰਘ ਬੈਠਾ ਹੈ ਕਿ ਪਿਤਾ ਇਹਦੇ ਬਾਪੂ ਦੇ ਫੁੱਲ ਜਿਹੜੇ ਆ ਉਹ ਮੈਂ ਆਪ ਕੱਲਾ ਹੀ ਗੰਗਾ ਪਾ ਆਊਂਗਾ। ਇਸ ਤਰ੍ਹਾਂ ਇਸ ਕਹਾਣੀ ਦੇ ਵਿੱਚ ਜਿਹੜੀ ਆ ਉਹ ਕਾਫੀ ਜੱਦੋ ਜਹਿਦ ਜਿਹੜੀ ਚੱਲਦੀ ਆ ਆਪਣੇ ਹਿੱਸੇ ਪ੍ਰਤੀ। ਫਿਰ ਬਿਸ਼ਨ ਸਿੰਘ ਜਿਹੜਾ ਉਹ ਵੀ ਥੋੜ੍ਹਾ ਬੋਲਦਾ ਵਾ। ਅੱਜ ਕੁੱਦੂ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਦਾ ਕਿ ਜੇਕਰ ਮਾਂ ਜੀਂਦੀ ਹੁੰਦੀ ਤਾਂ ਉਹਦੇ ਨਾਲ ਖੜਦੀ, ਉਹਦੀ ਸਪੋਰਟ ਕਰਦੀ, ਪਰ ਬਿਲਕੁਲ ਵੀ ਕੁੱਦੂ ਜਿਹੜਾ ਸੀ ਉਹ ਇਕੱਲਾ ਪੈ ਗਿਆ। ਔਰ ਭੈਣ ਜਿਹੜੀ ਬਚਨੋ ਆ ਉਹ ਵੀ ਆਪਣੇ ਹਿੱਸੇ ਦੀ ਗੱਲ ਕਰਦੀ ਹੈ ਕਿ ਫਿਰ ਉਹ ਕੁੱਦੂ ਕਹਿੰਦਾ ਕਿ ਤੂੰ ਵੱਡੀ ਆ ਗਈ ਵਕੀਲਣੀ। ਉਹ ਕਹਿੰਦੀ ਲੈ ਫਿਰ ਜੇ ਮੈਂ ਵਕੀਲਣੀ ਤੇ ਵਕੀਲਣੀ ਹੀ ਸਹੀ, ਮੇਰਾ ਵੀ ਹਿੱਸਾ ਬਣਦਾ ਇਸ ਜਾਇਦਾਦ ਦੇ ਵਿੱਚੋਂ ਤੇ ਮੈਨੂੰ ਵੀ ਹਿੱਸਾ। ਔਰ ਫਿਰ ਉਹ ਕਹਿੰਦਾ ਕਿ ਕੁੱਦੂ ਉਸ ਨੂੰ ਕਹਿੰਦਾ ਕਿ ਜਿਹੜਾ ਮੈਨੂੰ ਇਸ ਪੈਲੀ ਨੇ ਕਾਰੂ ਪਾਤਸ਼ਾਹ ਬਣਾ ਦਿੱਤਾ, ਲੈ ਜਾ ਤੂੰ ਵੀ ਆਪਣਾ ਹਿੱਸਾ, ਕੋਈ ਗੱਲ ਨਹੀਂ, ਮੈਂ ਰੋਟੀ ਖਾਂਦਾ ਹੀ ਰਹੂੰਗਾ। ਇਸ ਤਰ੍ਹਾਂ ਇਸ ਕਹਾਣੀ ਦੇ ਵਿੱਚ ਸਾਰੇ ਆਪਣੇ ਹਿੱਸੇ ਪ੍ਰਤੀ ਜਿਹੜੀ ਆ ਉਹ ਜੱਦੋ ਜਹਿਦ ਕਰਦੇ ਨੇ। ਪਰ ਹੁਣ ਥੋੜ੍ਹੀ ਕਹਾਣੀ ਜਿਹੜੀ ਆ ਉਹਨੂੰ ਅਸੀਂ ਰੀਡ ਕਰਾਂਗੇ ਕਿ ਆਪੋ ਆਪਣਾ ਹਿੱਸਾ, ਕਿ ਆਪਣਾ ਆਪਣਾ ਹਿੱਸਾ ਕਹਾਣੀ ਵਰਿਆਮ ਸਿੰਘ ਸੰਧੂ ਦੀ ਲਿਖੀ ਹੋਈ ਹੈ, ਜਿਸ ਵਿੱਚ ਉਸ ਨੇ ਆਰਥਿਕ ਸੰਕਟ ਅਤੇ ਸਾਂਝ ਪਰਿਵਾਰਾਂ ਦੇ ਟੁੱਟਣ ਕਾਰਨ ਰਿਸ਼ਤਿਆਂ ਅਤੇ ਕਦਰਾਂ ਕੀਮਤਾਂ ਵਿੱਚ ਵਾਪਰੀ ਟੁੱਟ ਭੱਜ ਨੂੰ ਬੜੀ ਹੀ ਬਰੀਕੀ ਤੇ ਕਲਾਤਮਿਕ ਢੰਗ ਨਾਲ ਪੇਸ਼ ਕੀਤਾ ਹੈ। ਨਾਲ ਹੀ ਸੱਚੀਆਂ ਸੁੱਚੀਆਂ ਪੇਂਡੂ ਪਰੰਪਰਾਵਾਂ, ਸਵਾਰਥੀ ਸ਼ਹਿਰੀ ਕਦਰਾਂ ਕੀਮਤਾਂ ਤੇ ਤਣਾਅ ਨੂੰ ਵੀ ਵਿਅੰਗਾਤਮਿਕ ਢੰਗ ਨਾਲ ਪੇਸ਼ ਕੀਤਾ। ਇਸ ਕਹਾਣੀ ਵਿੱਚ ਕੁੱਦੂ ਸੱਚੀਆਂ ਸੁੱਚੀਆਂ ਪੇਂਡੂ ਪਰੰਪਰਾਵਾਂ ਦਾ ਪ੍ਰਤੀਕ ਹੈ। ਉਸ ਦੇ ਦੋ ਭਰਾ ਸ਼ਹਿਰ ਜ਼ਿੰਦਗੀ ਜਿਉਣ ਵਾਲੇ ਸਵਾਰਥੀ, ਜਿਨ੍ਹਾਂ ਲਈ ਲੋਕ ਵਿਖਾਵਾ ਰਿਸ਼ਤਿਆਂ ਨਾਲੋਂ ਅਹਿਮ ਹੈ। ਔਰ ਕੁੱਦੂ ਨੇ ਮੱਝ ਨੂੰ ਪੱਠੇ ਪਾਉਂਦਿਆਂ ਹੋਇਆਂ ਧਾਰ ਕੱਢਣ ਲਈ ਬਾਲਟੀ ਲਿਆਉਣ ਲਈ ਆਵਾਜ਼ ਦਿੱਤੀ ਤੇ ਧੁੰਦ ਵਿੱਚ ਚੜ੍ਹਦੇ ਸੂਰਜ ਵੱਲ ਵੇਖਣ ਲੱਗ ਪਿਆ। ਸੂਰਜ ਅਜੇ ਕਿਤੇ ਵੀ ਨਜ਼ਰ ਨਹੀਂ ਸੀ ਆ ਰਿਹਾ। ਉਸ ਨੂੰ ਜਾਪਿਆ ਜਿਵੇਂ ਧੁੰਦ ਨੇ ਸੂਰਜ ਇੰਜ ਨੱਪਿਆ ਹੈ। ਇਸ ਤਰ੍ਹਾਂ ਪੂਰਾ ਹੀ ਪਿੰਡ ਦਾ ਇੱਕ ਦ੍ਰਿਸ਼ ਜਿਹੜਾ ਵਾ ਉਹਨੂੰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਪੇਸ਼ ਕਰਨ ਦੀ ਜਿਹੜੀ ਆ ਉਹ ਬੜੀ ਵਧੀਆ ਕੋਸ਼ਿਸ਼ ਕੀਤੀ ਆ। ਔਰ ਇਹਦੇ ਵਿੱਚ ਸਾਰੇ ਹੀ ਭੈਣ ਭਰਾ ਜਿੰਨੇ ਵੀ ਪਾਤਰ ਨੇ ਉਹ ਸਾਰੇ ਆਪੋ ਆਪਣੇ ਹਿੱਸੇ ਪ੍ਰਤੀ ਜਿਹੜਾ ਵਾ ਉਹ ਤੜਫ ਰਹੇ ਨੇ ਕਿ ਸਾਨੂੰ ਆਪਣਾ ਆਪਣਾ ਹਿੱਸਾ ਜਿਹੜਾ ਵਾ ਉਹ ਮਿਲ ਜਾਵੇ। ਔਰ ਇਹਦੇ ਵਿੱਚ ਇੱਕ ਕਿਰਸਾਨੀ ਜੀਵਨ ਦੀ ਜਿਹੜੀ ਗੱਲ ਕੀਤੀ ਗਈ ਹੈ ਤੇ ਇਹਦੇ ਵਿੱਚ ਫਿਰ ਬਚਨੋ ਕੁੱਦੂ ਬਚਨੋ ਦੀ ਭਰਿਆ ਪਿਤਾ ਬੜਾ ਹੀ ਗੁੱਸੇ ਦੇ ਵਿੱਚ ਹੈ ਕਿ ਇਹ ਜਿਹੜੀ ਕਹਾਣੀ ਆ ਇਹ ਸਾਰੀ ਹੀ ਕਹਾਣੀ ਇੱਕ ਪੇਂਡੂ ਰਿਸ਼ਤਿਆਂ ਦੀ ਸਾਂਝ ਨੂੰ ਪੇਸ਼ ਕਰਦੀ ਹੈ ਕਿ ਕਿਵੇਂ ਪੈਸੇ ਨਾਲ ਜੋੜ ਕੇ ਪੇਸ਼ ਕੀਤਾ ਅਤੇ ਦੱਸਿਆ ਕਿ ਅੱਜ ਦੇ ਜ਼ਮਾਨੇ ਵਿੱਚ ਸਕੇ ਭੈਣ ਭਰਾਵਾਂ ਦਾ ਖੂਨ ਦਾ ਰਿਸ਼ਤਾ ਮਾਪਿਆਂ ਦੀ ਜਾਇਦਾਦ ਵਿੱਚੋਂ ਬਣਦਾ ਆਪਣਾ ਆਪਣਾ ਹਿੱਸਾ ਲੈਣ ਤੱਕ ਹੀ ਸੀਮਤ ਹੋ ਗਿਆ ਹੈ। ਕਿਸੇ ਨੂੰ ਵੀ ਕਿਸੇ ਦੇ ਦੁੱਖ ਔਰ ਸੁੱਖ ਦੇ ਨਾਲ ਕੋਈ ਵੀ ਸਾਂਝ ਨਹੀਂ ਹੈ।
ਇਸ ਕਰਕੇ ਅਖੀਰ ਵਿੱਚ ਅਸੀਂ ਇਹੋ ਹੀ ਕਵਾਂਗੇ ਕਿ ਆਪਣਾ ਆਪਣਾ ਹਿੱਸਾ ਕਹਾਣੀ ਜਿਹੜੀ ਆ ਇਹਦੇ ਵਿੱਚ ਕਹਾਣੀਕਾਰ ਨੇ ਬੜੇ ਹੀ ਵਧੀਆ ਤੇ ਬਰੀਕੀ ਦੇ ਨਾਲ ਜਿਹੜਾ ਸਾਨੂੰ ਸਮਝਾਇਆ ਕਿ ਰਿਸ਼ਤਿਆਂ ਦੀ ਅਹਿਮੀਅਤ ਜਿਹੜੀ ਆ ਉਹ ਖਤਮ ਹੋ ਰਹੀ ਆ। 2 ਮਿੰਟ ਤੱਕ ਕੁੱਦੂ ਚੁੱਪ ਕਰ ਗਿਆ, ਪਰ ਉਸ ਦੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਖਿਆਲ ਆ ਰਹੇ। ਉਹ ਸੁੰਨ ਹੋਇਆ ਬੈਠਾ ਰਿਹਾ। ਫਿਰ ਜਿਵੇਂ ਉਹਦਾ ਧੁਖਦਾ ਅੰਦਰ ਮੱਚ ਗਿਆ, ਉਹ ਇੱਕਦਮ ਭੜਕ ਪਿਆ। ਉਸਨੇ ਆਪਣੀ ਜ਼ਿੰਦਗੀ ਦਾ ਅਜਿਹਾ ਸੱਚ ਬਿਆਨ ਕੀਤਾ ਕਿ ਸਾਰੇ ਹੈਰਾਨ ਰਹਿ ਗਏ। ਉਹ ਕਹਿਣ ਲੱਗਾ, ਆਪਾਂ ਆਮ ਰੋੜੇ, ਆਪਾਂ ਤੋਂ ਨਹੀਂ ਇਹ ਜੋ ਗੰਗਾ ਗੁੰਗਾ ਪੁੱਜਦੀਆਂ। ਫਿਰ ਉਹ ਕੁੱਦੂ ਨੇ ਬੋਲਿਆ, ਜੇ ਬਹੁਤੀ ਗੱਲ ਹੈ ਤਾਂ ਬੁੱਢੜੀ ਦੇ ਫੁੱਲ ਤੁਸੀਂ ਗੰਗਾ ਪਾਓ। ਇਹ ਬੁੱਢੜਾ ਬੈਠਾ ਤੁਹਾਡੇ ਸਾਹਮਣੇ ਬਾਪ ਮੇਰਾ ਜਿਉਂਦਾ ਜਾਗਦਾ, ਇਹਦੇ ਮੈਂ ਕੱਲਾ ਹੀ ਗੰਗਾ ਪਾ ਆਊਂਗਾ। ਤਿੰਨੇ ਪਿਓ ਪੁੱਤ ਹੈਰਾਨ ਹੋਏ, ਉਸ ਵੱਲ ਵੇਖ ਰਹੇ ਸਨ, ਪਰ ਉਹ ਬੋਲਦਾ ਰਿਹਾ, ਰੁਕਿਆ ਨਹੀਂ। ਸੱਚੀ ਗੱਲ ਹੈ, ਅਜੇ ਆਪਣੀ ਪੁੱਗਤ ਨਹੀਂ, ਤੇ ਜੇ ਇਹ ਸੌਦਾ ਨਹੀਂ ਮਨਜ਼ੂਰ ਤਾਂ ਸਰਦਾਰ ਜੀ ਆਹ ਕਿੱਲੀ ਤੇ ਮੇਰੇ ਤੀਜੇ ਹਿੱਸੇ ਦੇ ਫੁੱਲ ਲਿਆ ਕੇ ਟੰਗ ਦਿਓ। ਜਦੋਂ ਮੇਰੀ ਪਹੁੰਚ ਪਈ ਮੈਂ ਆਪੇ ਹੀ ਪਾ ਆਊਂ। ਤੇ ਉਹਨਾਂ ਦੇ ਵਹਿੰਦਿਆਂ ਵਹਿੰਦਿਆਂ ਉਹ ਮੂੰਹ ਘੁੱਟ ਕੇ ਅੰਦਰ ਵੱਲ ਨੂੰ ਤੁਰ ਪਿਆ ਔਰ ਅੰਦਰ ਜਾ ਕੇ ਬਹੁਤ ਜ਼ਿਆਦਾ ਰੋਣਾ ਉਸਨੇ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਕਹਿੰਦੇ ਆ ਕਿ ਇਸ ਦੇ ਵਿੱਚ ਬੜਾ ਹੀ ਇੱਕ ਦਿਲ ਕੰਬਾਊ ਤੇ ਕਰੁਣਾ ਰਸ ਭਰਪੂਰ ਜਿਹੜੀ ਆ ਉਹ ਕਹਾਣੀ ਹੈ ਕਿ ਇਹਦੇ ਵਿੱਚ ਕਹਾਣੀਕਾਰ ਨੇ ਪੂਰਾ ਹੀ ਕਰੁਣਾ ਰਸ ਜਿਹੜਾ ਉਹਨੂੰ ਭਰਿਆ ਹੈ। ਔਰ ਸ਼ਹਿਰੀ ਜੀਵਨ ਦੇ ਰਹਿਣ ਸਹਿਣ ਮਾਫਕ ਨਹੀਂ ਆਉਂਦੀ, ਕਿਉਂਕਿ ਪੇਂਡੂ ਔਰ ਸ਼ਹਿਰੀ ਜੀਵਨ ਦੇ ਵਿੱਚ ਬੜਾ ਹੀ ਫਰਕ ਪੈ ਜਾਂਦਾ ਹੈ। ਇਸ ਤਰ੍ਹਾਂ ਕਹਾਣੀਕਾਰ ਨੇ ਸਾਨੂੰ ਬੜੇ ਹੀ ਵਧੀਆ ਤਰੀਕੇ ਨਾਲ ਆਪਣਾ ਆਪਣਾ ਹਿੱਸਾ ਕਹਾਣੀ ਵਿੱਚ ਜਿਹੜਾ ਉਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿਰਫ ਅੱਜ ਦੇ ਯੁੱਗ ਵਿੱਚ ਬੱਚਿਆਂ ਨੂੰ ਸਿਰਫ ਭੈਣ ਭਰਾਵਾਂ ਨਾਲ ਨਹੀਂ, ਸਿਰਫ ਮਾਂ ਪਿਓ ਦੇ ਆਪੋ ਆਪਣੇ ਹਿੱਸੇ ਤੱਕ ਹੀ ਸੀਮਤ ਰਹਿ ਗਏ ਸਨ। ਧੰਨਵਾਦ।